सत श्री अकाल जी। ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਅੱਜ ਦੀ ਵੀਡੀਓ 'ਚ ਇੱਕ ਤੁਹਾਡੇ ਵੱਲੋਂ ਹੀ ਬੜਾ ਵਧੀਆ ਸਵਾਲ ਪ੍ਰਾਪਤ ਹੋਇਆ। ਇੱਕ ਬੜਾ ਹੀ ਵੱਖਰਾ ਜਿਹਾ ਟੌਪਿਕ ਹੈ ਕਿ ਇਹਦੇ ਵਿੱਚ ਸਾਨੂੰ ਬੜੀ ਉਲਝਣ ਹੁੰਦੀ ਆ ਤੇ ਇਹ ਗੱਲ ਸਹੀ ਵੀ ਆ। ਇਹ ਸਾਨੂੰ ਬੜਾ ਉਲਝਾਉਂਦਾ ਆ। ਹੈਜ਼ ਬੀਨ ਹੈਵ ਬੀਨ ਜਦੋਂ ਆ ਜੇ ਸਾਨੂੰ ਉਹੀ ਐਂ ਜੇ ਲੱਗਣਾ ਕਿੱਧਰੋਂ ਆ ਗਿਆ, ਇਹਨੂੰ ਕਿੱਥੇ ਵਰਤੀਏ, ਕਿਵੇਂ ਵਰਤੀਏ, ਇਹਦਾ ਮਤਲਬ ਕੀ ਆ। ਇੰਨੇ ਸਵਾਲ ਖੜੇ ਹੋ ਜਾਂਦੇ ਨੇ। ਅੱਜ ਆਪਾਂ ਇਹ ਸਾਰੇ ਕਲੀਅਰ ਕਰ ਲੈਣੇ ਨੇ, ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਣਗੇ, ਮਨ 'ਚੋਂ ਸਾਰੇ ਸਵਾਲ ਨਿਕਲ ਜਾਣਗੇ। ਲਓ ਜੀ, ਹੈਜ਼ ਬੀਨ, ਹੈਵ ਬੀਨ ਤੇ ਹੈਡ ਬੀਨ, ਇਹਦੀ ਵਰਤੋਂ ਕਦੋਂ ਹੁੰਦੀ ਆ, ਕਿੱਥੇ ਹੁੰਦੀ ਆ, ਕਿਵੇਂ ਹੁੰਦੀ ਆ, ਕਿਉਂ ਹੁੰਦੀ ਆ, ਕੀ ਮਤਲਬ ਹੋ ਜਾਂਦਾ, ਸਾਰਾ ਸਮਝਾਂਗੇ। ਪਹਿਲਾਂ ਆਪਾਂ ਦੇਖੋ, ਜਿਵੇਂ ਸਾਨੂੰ ਪਤਾ ਹੀ ਆ, ਅਸੀਂ ਅੰਗਰੇਜ਼ੀ 'ਚ ਜਿੰਨੇ ਵੀ ਵਾਕ ਬਣਾਉਣੇ ਆ, ਜਦੋਂ ਅਸੀਂ ਵਾਕ ਬਣਾਉਣੇ ਆ ਜਾਂ ਉਹ ਐਕਟਿਵ 'ਚ ਹੁੰਦਾ ਜਾਂ ਪੈਸਿਵ 'ਚ ਹੁੰਦਾ, ਤੇ ਜ਼ਿਆਦਾਤਰ ਅਸੀਂ ਜਿਹੜੀ ਆਪ ਅੰਗਰੇਜ਼ੀ ਲਿਖਦੇ ਆ ਜਾਂ ਬੋਲਦੇ ਆ 90 ਤੋਂ ਲੈ ਕੇ 95% ਅਸੀਂ ਐਕਟਿਵ 'ਚ ਹੀ ਗੱਲ ਕਰਦੇ ਆ। ਜਿਹੜੇ ਆਪਾਂ 12 ਟੈਂਸ ਪੜ੍ਹਦੇ ਆ, ਸਾਰੇ ਜਾਣੇ ਅਸੀਂ ਪੜ੍ਹਦੇ ਆ, ਉਹ ਵੀ ਐਕਟਿਵ 'ਚ ਹੀ ਹੁੰਦੇ ਆ। ਪੈਸਿਵ ਅਸੀਂ ਬਹੁਤ ਘੱਟ ਕਰਦੇ ਆ ਕਿਉਂਕਿ ਇਹ ਇੱਕ ਐਡਵਾਂਸ ਟੌਪਿਕ ਆ, ਹੈ ਨਾ। ਇਹਦੀ ਵਰਤੋਂ ਘੱਟ ਹੁੰਦੀ ਹੈ, ਇਸ ਕਰਕੇ ਬਹੁਤ ਵਾਰ ਇਹਨੂੰ ਛੱਡ ਦਿੰਦੇ ਆ। ਪਰ ਜਦੋਂ ਅਸੀਂ ਇਹਨੂੰ ਛੱਡਤਾ, ਇਹਨੇ ਸਾਡੀਆਂ ਉਲਝਣਾਂ ਦਾ ਕਾਰਨ ਬਣ ਜਾਣਾ। ਉੱਥੇ ਅਸੀਂ ਉਲਝ ਜਾਾਂਗੇ ਕਿਉਂਕਿ ਦੇਖੋ, ਹੁਣ ਆਪਾਂ ਦੇਖਦੇ ਹਾਂ ਇੱਕ ਵਾਕ, ਅਸੀਂ ਐਕਟਿਵ 'ਚ ਕੀ ਪੜ੍ਹਿਆ ਵੀ ਹੈਜ਼ ਬੀਨ, ਹੈਵ ਬੀਨ, ਹੈਡ ਬੀਨ, ਹੈ ਨਾ। ਇਹ ਆ ਦੋਨੇ ਤਾਂ ਹੁੰਦੇ ਆ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ 'ਚ ਯੂਜ਼, ਇਹ ਹੁੰਦਾ ਪਾਸਟ ਪਰਫੈਕਟ ਕੰਟੀਨਿਊਸ 'ਚ। ਤੇ ਇਹਦਾ ਢਾਂਚਾ ਕੀ ਆ, ਪਹਿਲਾਂ ਅਸੀਂ ਸਬਜੈਕਟ ਲਾ ਦਿੰਦੇ, ਜਿਵੇਂ ਲਾਤਾ ਆਏ, ਹੈਜ਼ ਹੈਵ 'ਚੋਂ ਇੱਕ ਲਾਤਾ, ਹੈ ਨਾ। ਹੈਵ, ਆਏ ਨਾਲ ਹੈਵ ਲੱਗਦਾ ਹੁੰਦਾ, ਬੀਨ ਅੱਗੇ ਬਰਬ ਦੀ ਬੇਸ ਫਾਰਮ ਨਾਲ ਪਲੇਇੰਗ, ਹੈ ਨਾ। ਬਰਬ ਦੀ ਬੇਸ ਫਾਰਮ ਨਾਲ ING ਲੱਗਦਾ ਹੈ, ਬਿਨ ਪਲੇਇੰਗ ਕ੍ਰਿਕਟ। ਆਏ ਆਪਾਂ ਲਿਖ ਦਿੰਦੇ ਹੁੰਦੇ ਹਾਂ ਸਿੰਸ ਜਾਂ ਫॉर, ਅੱਗੇ ਬਣਾ ਦਿੰਦੇ ਹੁੰਦੇ ਆ, ਪੂਰਾ ਵਾਕ ਬਣ ਗਿਆ ਜੀ। ਠੀਕ ਹੈ, ਮਤਲਬ ਕੁੱਲ ਮਿਲਾ ਕੇ ਗੱਲ ਇਹ ਆਪਾਂ ਕਹਿਤਾ ਵੀ ਹੈਵ ਬੀਨ ਦੇ ਨਾਲ ਪਲੇਇੰਗ ਲਾਤਾ, ਬਰਬ ਦੀ ਬੇਸ ਫਾਰਮ ਨਾਲ ING। ਹੁਣ ਕਈ ਵਾਰੀ ਕੀ ਹੁੰਦਾ, ਸਾਡੇ ਕੋਲੇ ਵਾਕ ਆ ਜਾਂਦਾ ਕ੍ਰਿਕਟ ਹੈਜ਼ ਬੀਨ ਪਲੇਡ। ਹੁਣ ਇੱਥੇ ਦੇਖ ਕੇ ਆਪਾਂ ਕਹਾਂਗੇ ਵੀ ਇਹ ਤਾਂ ਯਾਰ ਨਵਾਂ ਹੀ ਸਿਆਪਾ ਛਿੜ ਗਿਆ। ਕਈ ਵਾਰੀ ਅਸੀਂ ਕਿਤੇ ਲਿਖਿਆ ਪੜ੍ਹ ਲੈਂਦੇ ਹਾਂ, ਦ ਸਨੇਕ ਹੈਜ਼ ਬੀਨ ਕਿਲਡ। ਲਓ ਜੀ, ਪੈ ਗਏ ਪੰਗੇ। ਹੁਣ ਸਾਡੀ ਸਮਝ ਦੇ ਹਿਸਾਬ ਨਾਲ ਜਿੰਨੇ ਅਸੀਂ ਟੈਂਸ ਕਰੇ ਨੇ, ਅਸੀਂ ਤਾਂ ਭਾਈ ਦੇਖਿਆ ਵੀ ਹੈਜ਼ ਬੀਨ ਆ ਜਿਹੜਾ ਉਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਯੂਜ਼ ਹੁੰਦਾ ਤੇ ਉਹਦੇ ਨਾਲ ਬਰਬ ਦੀ ਬੇਸ ਫਾਰਮ ਨਾਲ ING ਆਊਗੀ। ਇਹ ਕੀ ਕਰਤਾ, ਇੱਥੇ ਪਲੇਡ ਨੂੰ ਕੱਟੋ, ਇੱਥੇ ਲਿਖੋ ਪਲੇਇੰਗ, ਹੈ ਨਾ। ਹੈਜ਼ ਬੀਨ ਪਲੇਇੰਗ, ਅਸੀਂ ਤਾਂ ਇਹ ਲਿਖਾਂਗੇ। ਇੱਥੇ ਵੀ ਹੈਜ਼ ਬੀਨ ਆ, ਕਿਲਡ ਕਿੱਧਰੋਂ ਆ ਗਿਆ, ਇੱਥੇ ਪਲੇਇੰਗ ਲਿਖੋ। ਇਹ ਪੰਗਾ ਤਾਂ ਪੈ ਗਿਆ ਕਿਉਂਕਿ ਅਸੀਂ ਪੈਸਿਵ ਨਹੀਂ ਕਰੀ ਸੀ। ਅਸੀਂ ਇਹ ਜਿਹੜਾ ਇੱਕ ਐਡਵਾਂਸ ਟੌਪਿਕ ਆ ਉਹ ਨਹੀਂ ਕਰਿਆ ਸੀ। ਅਕਸਰ ਇਹਨੂੰ ਛੱਡ ਦਿੰਦੇ ਆ। ਇਹਦੀ ਲੋੜ ਵੀ ਬਹੁਤ ਵਾਰੀ ਸਾਨੂੰ ਘੱਟ ਹੀ ਪੈਂਦੀ ਆ, ਪਰ ਸਾਨੂੰ ਆਉਂਦਾ ਜ਼ਰੂਰ ਹੋਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ, ਤਾਂ ਕਿ ਅਸੀਂ ਵਿੱਚੋਂ ਵਿੱਚ ਹੀ ਉਲਝੀ ਨਾ ਜਾਈਏ, ਸਵਾਲ ਨਾ ਖੜੇ ਹੋਈ ਜਾਣ, ਅਸੀਂ ਕਲੀਅਰ ਹੋਈਏ ਵੀ ਇਹ ਤਾਂ ਆਹ ਗੱਲ ਆ ਚੱਕ, ਆਪਾਂ ਉਹਦੀ ਕਹਿ ਦਈਏ ਇਹ ਇੱਥੇ ਤਾਂ ਯੂਜ਼ ਹੋਇਆ, ਆਹ ਗੱਲ ਆ। ਹੁਣ ਦੇਖੋ, ਇਹੀ ਆ ਅਸਲੀ ਉਲਝਣ, ਹੈਜ਼ ਬੀਨ, ਹੈਵ ਬੀਨ ਤੇ ਹੈਡ ਬੀਨ ਦੀ। ਹੁਣ ਸਾਨੂੰ ਪਤਾ ਹੈਜ਼ ਬੀਨ, ਹੈਵ ਬੀਨ, ਹੈਡ ਬੀਨ ਇੱਕ ਤਾਂ ਐਕਟਿਵ ਵੌਇਸ 'ਚ ਪਰਫੈਕਟ ਕੰਟੀਨਿਊਸ 'ਚ ਯੂਜ਼ ਹੁੰਦੇ ਆ। ਜਿਹੜਾ ਹੈਜ਼ ਤੇ ਹੈਵ ਵਾਲਾ, ਹੈ ਨਾ, ਹੈਜ਼ ਬੀਨ, ਹੈਵ ਬੀਨ, ਉਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ 'ਚ ਯੂਜ਼ ਹੋਊਗਾ। ਇਹ ਢਾਂਚਾ ਇਹੀ ਰਹੂਗਾ। ਜੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਆ ਤਾਂ ਹੈਜ਼ ਤੇ ਹੈਵ ਲੱਗਣਗੇ। ਜਿਵੇਂ ਹੈ ਨਾ, ਹੀ ਸ਼ੀ ਇਟ ਹੁੰਦਾ, ਉਹਨਾਂ ਨਾਲ ਹੈਜ਼ ਆਜੂ, I we you ਦੇ ਹੁੰਦਾ, ਉਹਨਾਂ ਨਾਲ ਹੈਵ ਆਜੂ। ਹੁਣ ਪਾਸਟ ਪਰਫੈਕਟ ਕੰਟੀਨਿਊਸ ਆ ਤਾਂ ਜਿਹੜਾ ਮਰਜ਼ੀ ਸਬਜੈਕਟ ਹੋਵੇ ਸਾਰਿਆਂ ਨਾਲ ਹੈਡ ਹੁੰਦਾ। ਪਾਸਟ ਪਰਫੈਕਟ ਕੰਟੀਨਿਊਸ 'ਚ ਹੈਡ, ਆਈ ਹੈਡ ਬੀਨ ਪਲੇਇੰਗ ਕ੍ਰਿਕਟ। ਠੀਕ ਹੈ ਜੀ। ਹੁਣ ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹ ਗੱਲ ਕਰ ਰਹੇ ਹਾਂ ਇੱਕ ਕਿਰਿਆ ਦੀ ਜਿਹੜੀ ਆਹ ਸਮੇਂ ਤੋਂ ਲੈ ਕੇ ਆਹ ਸਮੇਂ ਤੱਕ ਚੱਲ ਰਹੀ ਸੀ। ਕੋਈ ਕਿਰਿਆ ਚੱਲ ਰਹੀ ਸੀ, ਚੱਲ ਰਹੀ ਸੀ, ਇਹ ਚੀਜ਼ ਨੂੰ ਨੋਟ ਕਰੋ, ਜਾਂ ਚੱਲ ਰਹੀ ਹੈ। ਜੇ ਤਾਂ ਹੈਡ ਬੀਨ ਨਾਲ ਤਾਂ ਚੱਲ ਰਹੀ ਸੀ, ਜੇ ਹੈਜ਼ ਤੇ ਹੈਵ ਆ ਤਾਂ ਚੱਲ ਰਹੀ ਹੈ। ਮਤਲਬ ਨਾਲ ਸਮਾਂ ਵੀ ਦਿੱਤਾ ਹੋਇਆ, ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ। ਹੁਣ ਇੱਕ ਨੋਰਮਲ ਗੱਲ ਦੇਖੋ, ਜੇ ਆਪਾਂ ਕਿਸੇ ਨੂੰ ਕਹੀਏ ਤੂੰ ਕੀ ਕਰ ਰਿਹਾ, ਉਹ ਆਪਾਂ ਉਹਨੂੰ ਹੁਣ ਦੀ ਗੱਲ ਪੁੱਛ ਰਹੇ ਹਾਂ, ਉਹਦੇ 'ਚ ਆਪਾਂ ਕੋਈ ਸਮਾਂ ਦਿੱਤਾ ਨਹੀਂ, ਆਪਾਂ ਹੁਣ ਦੀ ਐਗਜ਼ੈਕਟ ਇੱਕ ਸਿੱਧਾ ਸਵਾਲ ਪੁੱਛ ਲਿਆ। ਜੇ ਆਪਾਂ ਉਹਨੂੰ ਕਹਿਤਾ ਤੂੰ ਸਵੇਰ ਦਾ ਕੀ ਕਰੀ ਜਾਂਦਾ, ਤੂੰ 2 ਵਜੇ ਦਾ ਕੀ ਕਰ ਰਿਹਾ, ਹੈ ਨਾ। ਦੇਖੋ, ਉਹ 'ਚ ਆਪਾਂ ਨਾਲ ਸਮਾਂ ਵੀ ਲਾਤਾ ਨਾ, ਉਹ ਹੁੰਦਾ ਪਰਫੈਕਟ ਕੰਟੀਨਿਊਸ। ਇਹਦੇ 'ਚ ਉਲਝਣਾ ਨਹੀਂ। ਤੇ ਆਪਾਂ ਬਹੁਤ ਵੀਡੀਓਜ਼ ਵੀ ਬਣਾਈਆਂ ਹੋਈਆਂ ਨੇ, ਇਹਨਾਂ 'ਚ ਫਰਕ ਇਹੀ ਹੁੰਦਾ ਆਮ ਕੰਟੀਨਿਊਸ ਤੇ ਪਰਫੈਕਟ ਕੰਟੀਨਿਊਸ 'ਚ। ਪਰਫੈਕਟ ਕੰਟੀਨਿਊਸ 'ਚ ਨਾਲ ਸਮਾਂ ਆ ਜਾਂਦਾ। ਇੱਕ ਤਾਂ ਇਹ ਹੈਜ਼ ਬੀਨ, ਹੈਵ ਬੀਨ, ਹੈਡ ਬੀਨ ਉੱਥੇ ਵਰਤੇ ਜਾਂਦੇ ਨੇ। ਜਿਵੇਂ ਉਹਨੇ ਕਹਿਤਾ I have been playing cricket for 2 hours,
ਉਹਨੇ ਸਮਾਂ ਦੇਦਾ ਵੀ 2 ਘੰਟਿਆਂ ਤੋਂ ਕ੍ਰਿਕਟ ਖੇਡ ਰਹੇ ਹਾਂ। ਜੇ ਉੱਥੇ ਮੰਨ ਲਓ ਬਾਈ ਚਾਂਸ ਤੁਸੀਂ ਕੱਲਾ ਹੈ ਬੀਨ ਨਾਲ ਵੀ ਵਾਕ ਦੇਖ ਲਿਆ, ਅੱਗੇ ਸਿੰਸ ਫੋਰ ਨਹੀਂ ਵੀ ਲੱਗਿਆ, ਤਾਂ ਵੀ ਇਹ ਨਾ ਘਬਰਾਉਣਾ ਨਹੀਂ, ਆਪੇ ਸਮਝ ਜਾਣਾ ਵੀ ਹਾਂ ਇਹ ਲਿਖਿਆ ਹੋਇਆ ਇਹਦਾ ਮਤਲਬ ਉਹਨੇ ਦੱਸਤਾ ਵੀ ਉਹ ਕਿਸੇ ਸਮੇਂ ਤੋਂ ਕ੍ਰਿਕਟ ਖੇਡ ਰਿਹਾ, ਵੀ ਇਹਦੇ ਵਿੱਚ ਜਿਹੜੀ ਕਿਰਿਆ ਉਹ ਕੁਛ ਕੁ ਸਮਾਂ ਚੱਲ ਰਹੀ ਆ, ਹਨਾ। ਐਗਜ਼ੈਕਟ ਇੱਕ ਟਾਈਮ ਦੀ ਗੱਲ ਨਹੀਂ ਕਰੀ, ਐਡੀ ਕੁ ਗੱਲ ਆ। ਇਹ ਆ ਗਿਆ ਸਾਡੇ ਕੋਲ ਐਕਟਿਵ 'ਚ, ਜਦੋਂ ਅਸੀਂ ਹੈਜ਼ ਬੀਨ, ਹੈਵ ਬੀਨ ਤੇ ਹੈਡ ਬੀਨ ਨੂੰ ਯੂਜ਼ ਕਰਦੇ ਹਾਂ। ਹੁਣ ਆ ਗਿਆ ਸਾਡੇ ਕੋਲ ਪੈਸਿਵ। ਪਹਿਲਾਂ ਤਾਂ ਇਹ ਸਮਝ ਲਈਏ ਵੀ ਐਕਟਿਵ ਤੇ ਪੈਸਿਵ 'ਚ ਫਰਕ ਕੀ ਆ। ਹੁਣ ਦੇਖੋ ਇੱਥੇ ਆਪਾਂ ਕਹਿਤਾ, ਮੰਨ ਲਓ ਆਪਾਂ ਇੱਕ ਵਾਕ ਬਣਾ ਲਿਆ, ਹਨਾ, ਆਈ ਹੈਵ ਪਲੇਡ ਕ੍ਰਿਕਟ। ਤੁਸੀਂ ਕਹਿ ਦੋਗੇ ਵੀ ਹੈਵ ਨਾਲ ਪਲੇਡ ਕ੍ਰਿਕਟ ਲੱਗਿਆ, ਇਹ ਪ੍ਰੈਜ਼ੈਂਟ ਪਰਫੈਕਟ ਆ, ਠੀਕ ਹੈ ਜੀ। ਤੇ ਇਹ ਸੀ ਆਪਣੇ ਕੋਲੇ ਐਕਟਿਵ 'ਚ। ਐਕਟਿਵ 'ਚ ਆਪਾਂ ਇੱਕ ਵਾਕ ਲਿਖਿਆ ਇਹ, ਠੀਕ ਹੈ ਜੀ। ਐਕਟਿਵ 'ਚ ਆਇਆ ਹੈ ਪਲੇਡ ਕ੍ਰਿਕਟ। ਇੱਥੇ ਆਪਾਂ ਕੀ ਕਰਿਆ, ਆਪਦੇ ਤੇ ਜ਼ੋਰ ਪਾਇਆ ਵਾਲਾ, ਮੈਂ ਕ੍ਰਿਕਟ ਖੇਡ ਚੁੱਕਾ ਹਾਂ। ਆਪਾਂ ਆਪਦੀ ਗੱਲ ਦੱਸ ਰਹੇ ਹਾਂ ਵੀ ਜਿਹੜਾ ਕੰਮ ਨੂੰ ਕਰਨ ਵਾਲਾ ਉਹਦੇ ਤੇ ਜ਼ੋਰ ਪਾਇਆ ਹੋਇਆ। ਸਾਹਮਣੇ ਵਾਲਾ ਬੰਦਾ ਹਨਾ ਇਹ ਸੋਚੂ ਵੀ ਯਾਰ ਇਹ ਆਪਦੇ ਬਾਰੇ ਦੱਸੀ ਜਾਂਦਾ, ਵੀ ਠੀਕ ਆ, ਵੀ ਇਹ ਐਂ ਕਹਿੰਦਾ ਵੀ ਮੈਂ ਕ੍ਰਿਕਟ ਖੇਡ ਚੁੱਕਾ ਹਾਂ, ਵੀ ਇਹ ਆਪਦੀ ਕੋਈ ਗੱਲ ਦੱਸ ਰਿਹਾ, ਠੀਕ ਹੈ ਜੀ। ਸਬਜੈਕਟ ਤੇ ਜ਼ੋਰ ਪਾਇਆ ਹੋਇਆ। ਸਬਜੈਕਟ ਕੀ ਹੁੰਦਾ, ਕੰਮ ਕਰਨ ਵਾਲਾ। ਇੱਥੇ ਆਏ ਆ, ਹਨਾ, ਓਕੇ ਹੋ ਗਈ ਜੀ ਗੱਲ। ਹੁਣ ਜਿਹੜਾ ਹੁੰਦਾ ਪੈਸਿਵ, ਹੁਣ ਐਕਟਿਵ ਦਾ ਮਤਲਬ ਕੀ ਹੁੰਦਾ, ਐਕਟਿਵ। ਐਕਟਿਵ ਆਪਾਂ ਕਿਹੜੇ ਬੰਦੇ ਨੂੰ ਕਹਿੰਦੇ ਹੁੰਦੇ ਆ, ਜਿਹੜਾ ਐਕਟਿਵ ਹੋਵੇ, એનર્ਜੀ ਨਾਲ ਭਰਿਆ ਹੋਵੇ, ਕੋਈ ਚੀਜ਼ ਕਰ ਰਿਹਾ, ਕੋਈ ਕੰਮ ਕਰਦਾ ਰਹਿੰਦਾ, ਹਨਾ। ਮਤਲਬ ਇੱਥੇ ਜਿਹੜਾ ਸਬਜੈਕਟ ਆ ਉਹ ਐਕਟਿਵ ਹੈ, ਇਹ ਯਾਦ ਰੱਖਣਾ ਬਸ। ਐਕਟਿਵ ਤੋਂ ਇਹ ਹਿਸਾਬ ਲਾ ਲਿਓ ਵੀ ਜੇ ਐਕਟਿਵ ਵੌਇਸ ਉੱਥੇ ਸਬਜੈਕਟ ਐਕਟਿਵ ਹੁੰਦਾ, ਉਹ ਜਿਹੜਾ ਵਾਕ ਆ ਉਹ ਸਬਜੈਕਟ ਤੋਂ ਸ਼ੁਰੂ ਹੁੰਦਾ, ਉਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਤੇ ਜ਼ੋਰ ਪਾਇਆ ਹੁੰਦਾ। ਜਿਹੜਾ ਬੰਦਾ ਕੰਮ ਕਰ ਰਿਹਾ ਉਹ ਜ਼ਰੂਰ ਦਿੱਤਾ ਹੁੰਦਾ, ਉਹ ਤੇ ਫੋਕਸ ਕਰਿਆ ਹੁੰਦਾ। ਤੇ ਜਿਹੜਾ ਪੈਸਿਵ ਹੁੰਦਾ ਉਹ ਹੁੰਦਾਗਾ ਜਦੋਂ ਅਸੀਂ ਕੰਮ ਤੇ ਜ਼ੋਰ ਪਾਇਆ ਹੋਵੇ, ਵੀ ਕੰਮ ਕਰਿਆ ਕਿਹਨੇ ਉਹ ਮਾਇਨੇ ਨਹੀਂ ਰੱਖਦਾ, ਆਪਾਂ ਕੰਮ ਤੇ ਜ਼ੋਰ ਪਾਇਆ। ਹੁਣ ਦੇਖੋ ਆਪਾਂ ਇਹਦੀ ਵੀ ਉਦਾਹਰਨ ਲੈ ਲੈਂਦੇ ਹਾਂ। ਮੰਨ ਲਓ ਹਨਾ ਕੋਈ ਜਵਾਕ ਸ਼ਰਾਰਤਾਂ ਕਰੀ ਜਾਂਦਾ, ਆਪਾਂ ਉਹਨੂੰ ਕਹਾਂਗੇ ਮੈਂ ਤੇਰੇ ਥੱਪੜ ਮਾਰੂ, ਇਹ ਗੱਲ ਕਹਿਤੀ ਨਾ ਆਪਾਂ। ਉੱਥੇ ਕੀ ਹੋ ਗਿਆ, ਆਪਾਂ ਆਪਦੀ ਗੱਲ ਤੇ ਜ਼ੋਰ ਪਾ ਰਹੇ ਵੀ ਮੈਂ ਤੇਰੇ ਥੱਪੜ ਧਰ ਦੂੰਗਾ। ਹੁਣ ਮੰਨ ਲਓ ਉਹ ਸ਼ਰਾਰਤਾਂ ਕਰੀ ਜਾਂਦਾ, ਜੇ ਆਪਾਂ ਉਹਨੂੰ ਇਹ ਗੱਲ ਕਹੀਏ ਵੀ ਥੱਪੜ ਪੈਣਗੇ ਤੇਰੇ, ਥੱਪੜ ਪੈਣਗੇ ਤੇਰੇ, ਆਪਾਂ ਇਹ ਗੱਲ ਕਹਿਤੀ, ਮਤਲਬ ਆਪਾਂ ਜ਼ੋਰ ਕਿਤੇ ਪਾਇਆ, ਕਿਰਿਆ ਤੇ, ਥੱਪੜ ਪੈਣਗੇ। ਹੁਣ ਉਹ ਪਤਾ ਨਹੀਂ ਮੈਂ ਲਾਊਂ ਥੱਪੜ, ਉਹਦੀ ਮੰਮੀ, ਉਹਦਾ ਡੈਡੀ, ਕੋਈ ਮਰਜ਼ੀ ਲਾਵੇ ਉਹਦਾ, ਹੋਰ ਹਨਾ ਜਿਹੜਾ ਮਰਜ਼ੀ ਉਹਦੇ ਥੱਪੜ ਲਾਵੇ, ਪਰ ਉਹਦੇ ਥੱਪੜ ਪੈਣਗੇ। ਮਤਲਬ ਜਿਹੜਾ ਕੰਮ ਆ ਉਹ ਤੇ ਜ਼ੋਰ ਪਾਤਾ। ਆਪਾਂ ਜਿਹਨੇ ਕੰਮ ਕਰਨਾ ਉਹਦੇ ਬਾਰੇ ਨਹੀਂ ਗੱਲ ਕਰੀ, ਆਪਾਂ ਉਹਦੇ ਤੇ ਜ਼ੋਰ ਨਹੀਂ ਪਾਇਆ, ਪਰ ਆਪਾਂ ਕੰਮ ਤੇ ਜ਼ੋਰ ਪਾਇਆ। ਇਹੀ ਇਹਨਾਂ 'ਚ ਫਰਕ ਹੁੰਦਾ। ਇੱਥੇ ਆਪਾਂ ਕੰਮ ਕਰਨ ਵਾਲੇ ਬੰਦੇ ਤੇ ਜ਼ੋਰ ਪਾਉਣੇ ਹੁੰਦੇ ਆ, ਇੱਥੇ ਕੰਮ ਤੇ ਜ਼ੋਰ ਪਾਉਣੇ ਹੁੰਦੇ ਆ। ਹੁਣ ਦੇਖੋ ਆਏ ਹੈ ਪਲੇਡ ਕ੍ਰਿਕਟ ਬਣਾਤਾ, ਇਹ ਪ੍ਰੈਜ਼ੈਂਟ ਪਰਫੈਕਟ ਆ। ਜੇ ਆਪਾਂ ਇਹਦਾ ਪੈਸਿਵ 'ਚ ਬਣਾਉਣਾ, ਪੈਸਿਵ 'ਚ ਕਿਵੇਂ ਬਣਾਵਾਂਗੇ, ਵੀ ਕੰਮ ਕਿਹੜਾ ਹੋਇਆ, ਕ੍ਰਿਕਟ ਖੇਡਣ ਦਾ। ਫਿਰ ਆਪਾਂ ਕੀ ਕਰਾਂਗੇ, ਜਿਹੜਾ ਇੱਥੇ ਆਬਜੈਕਟ ਆ ਉਹ ਇੱਥੇ ਸਬਜੈਕਟ ਬਣ ਜੂ। ਕ੍ਰਿਕਟ ਤੋਂ ਸ਼ੁਰੂ ਕਰਾਂਗੇ, ਕ੍ਰਿਕਟ ਹੈਜ਼ ਬੀਨ ਪਲੇਡ, ਇਹਦਾ ਮਤਲਬ ਬਣਿਆ ਕ੍ਰਿਕਟ ਖੇਡੀ ਜਾ ਚੁੱਕੀ ਹੈ। ਇੱਥੇ ਸੀ ਮੈਂ ਕ੍ਰਿਕਟ ਖੇਡ ਚੁੱਕਾ ਹਾਂ, ਇੱਥੇ ਕ੍ਰਿਕਟ ਖੇਡੀ ਜਾ ਚੁੱਕੀ ਹੈ। ਅੱਗੇ ਆਪਾਂ ਇਹ ਵੀ ਕਹਿ ਸਕਦੇ ਹਾਂ ਮੋਹਣ ਦੁਆਰਾ, ਸੋਹਣ ਦੁਆਰਾ, ਜੋ ਮਰਜ਼ੀ ਅੱਗੇ ਨਾ ਲਾ ਲਓ, ਪਰ ਜ਼ੋਰ ਕੀਤੇ ਪਾਇਆ ਵੀ ਕ੍ਰਿਕਟ ਖੇਡੀ ਜਾ ਚੁੱਕੀ ਹੈ, ਵੀ ਜਿਹੜਾ ਕੰਮ ਹੋਇਆ। ਇਹ ਵਾਕ 'ਚ ਕਿਹੜਾ ਕੰਮ ਹੋਇਆ ਸੀ, ਜੇ ਆਪਾਂ ਸਾਰਿਆਂ ਨੂੰ ਪੁੱਛੀਏ ਵੀ ਆਈ ਹੈਵ ਪਲੇਡ ਕ੍ਰਿਕਟ, ਇਹ 'ਚ ਕੀ ਕੰਮ ਹੋਇਆ, ਆਪਾਂ ਕਹਿ ਦਾਂਗੇ ਪਲੇਡ ਕ੍ਰਿਕਟ, ਇਹ ਕੰਮ ਹੋਇਆ। ਹੁਣ ਅੱਗੇ ਵੀ ਇਹ ਕੰਮ ਤੇ ਜ਼ੋਰ ਪਾ ਕੇ ਆਪਾਂ ਬਣਾਉਣਾ ਪੈਸਿਵ, ਫਿਰ ਆਪਾਂ ਕਹਾਂਗੇ ਕ੍ਰਿਕਟ ਹੈਜ਼ ਬੀਨ ਪਲੇਡ। ਇੱਥੇ ਦੇਖੋ ਆਈ ਹੈਵ ਪਲੇਡ ਕ੍ਰਿਕਟ ਆ ਕੇ ਬਣ ਜੂ ਕ੍ਰਿਕਟ ਹੈਜ਼ ਬੀਨ ਪਲੇਡ। ਇੱਥੇ ਵੀ ਸਾਡੇ ਕੋਲੇ ਆ ਗਿਆ ਹੈਜ਼ ਬੀਨ। ਆਪਾਂ ਘਬਰਾਉਣਾ ਨਹੀਂ ਵੀ ਇਹ ਹੈਜ਼ ਬੀਨ ਕਿਉਂ ਆ ਗਿਆ, ਆਪਾਂ ਦੱਸ ਦਾਂਗੇ ਵੀ ਇਹ ਪ੍ਰੈਜ਼ੈਂਟ ਪਰਫੈਕਟ ਸੀ ਨਾ ਜਿਹੜਾ, ਉਹਦਾ ਪੈਸਿਵ ਵੌਇਸ ਆ। ਆਹ ਦੇਖੋ ਇਹ ਹੈਗਾ ਪ੍ਰੈਜ਼ੈਂਟ ਪਰਫੈਕਟ ਟੈਂਸ, ਪ੍ਰੈਜ਼ੈਂਟ ਪਰਫੈਕਟ ਟੈਂਸ, ਇਹ ਹੈਗਾ ਸੀ ਐਕਟਿਵ ਵੌਇਸ 'ਚ। ਹੁਣ ਜੇ ਪ੍ਰੈਜ਼ੈਂਟ ਪਰਫੈਕਟ ਟੈਂਸ ਨੂੰ ਅਸੀਂ ਪੈਸਿਵ 'ਚ ਲਿਖਣਾ ਤਾਂ ਉਹ ਬਣ ਜੂਗਾ ਆਹਾ ਕ੍ਰਿਕਟ ਹੈਜ਼ ਬੀਨ ਪਲੇਡ। ਅੱਗੇ ਜੇ ਤੁਸੀਂ ਬਾਏ ਮੀ ਲਾਉਣਾ ਲਾ ਲਓ, ਨਹੀਂ ਲਾਉਣਾ ਨਾ ਲਾਓ। ਹੁਣ ਇੱਥੇ ਕੀ ਹੋ ਜੂ, ਇਹਨਾਂ ਨੂੰ ਅਸੀਂ ਕੱਟ ਦਾਂਗੇ ਵੀ ਹਾਂ ਭਾਈ ਇਹ ਬਿਲਕੁਲ ਠੀਕ ਹੈ। ਜੇ ਕੋਈ ਸਾਨੂੰ ਕਹੂਗਾ ਵੀ ਹੈਜ਼ ਬੀਨ ਨਾਲ ਇਹ ਕਿਉਂ ਲਾਤਾ, ਆਪਾਂ ਉਹਨੂੰ ਨਾਲ ਦੀ ਨਾਲ ਦੱਸ ਦਾਂਗੇ ਪੈਸਿਵ ਵੌਇਸ ਆ। ਸਮਝ ਲਾ ਇੱਥੇ ਕੰਮ ਤੇ ਜ਼ੋਰ ਪਾਇਆ ਹੋਇਆ, ਠੀਕ ਹੈ ਜੀ। ਉਵੇਂ ਇੱਥੇ ਦਾ ਸਨੇਕ ਹੈਜ਼ ਬੀਨ ਕਿਲਡ, ਇਹ ਵੀ ਸੱਪ ਨੂੰ ਜਿਹੜੀ ਮਾਰਨ ਵਾਲੀ ਕਿਰਿਆ ਸੀ ਉਹ ਤੇ ਜ਼ੋਰ ਪਾਇਆ ਹੋਇਆ। ਕਿਹਨੇ ਮਾਰਿਆ ਸੱਪ, ਉਹ ਕੋਈ ਗੱਲ ਨਹੀਂ, ਉਹ ਰਹਿ ਗਿਆ। ਮੰਨ ਲਓ ਇੱਥੇ ਕਿਸੇ ਨੇ ਸੱਪ ਮਾਰਿਆ ਹੁੰਦਾ, ਉਹ ਕਿਵੇਂ ਕਹਿੰਦਾ, ਮੋਹਨ ਹੈਜ਼ ਕਿਲਡ, ਹਨਾ ਐਂ ਬਣਦਾ ਮੋਹਨ ਹੈਜ਼ ਕਿਲਡ ਦਾ ਸਨੇਕ। ਫਿਰ ਮੋਹਨ ਤੇ ਜ਼ੋਰ ਪਾਇਆ ਹੁੰਦਾ ਵੀ ਹਾਂ ਠੀਕ ਆ ਮੋਹਨ ਨੇ, ਕਿਰਿਆ ਤਾਂ ਉਹੀ ਸੀ ਇੱਥੇ, ਤੇ ਵਾਕ ਦਾ ਜਿਹੜਾ ਮਤਲਬ ਉਹ ਵੀ ਉਹੀ ਆ। ਵਾਕ ਦਾ ਮਤਲਬ ਵੀ ਨਹੀਂ ਬਦਲਦਾ ਹੁੰਦਾ, ਇਹ ਤਰੀਕੇ ਨੇ, ਇਹਨੂੰ ਸਮਝ ਲਓ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਵੀ ਐਕਟਿਵ 'ਚ ਹੋਰ ਹੁੰਦਾ ਵਾਕ ਦਾ ਮਤਲਬ, ਪੈਸਿਵ 'ਚ ਹੋਰ ਹੋ ਜਾਂਦਾ, ਨਾ, ਵਾਕ ਦਾ ਮਤਲਬ ਉਹੀ ਰਹਿੰਦਾ ਹੁੰਦਾ। ਇਹ ਗੱਲ ਕਹਿਣ ਦਾ ਤਰੀਕਾ ਹੈਗਾ। ਇੱਕ 'ਚ ਅਸੀਂ
ਸਬਜੈਕਟ ਤੇ ਜਾਂ ਆਪਦੇ ਆਪ ਤੇ ਜ਼ੋਰ ਪਾਇਆ, ਇੱਕ 'ਚ ਅਸੀਂ ਕੰਮ ਤੇ ਜ਼ੋਰ ਪਾਇਆ ਵੀ ਕ੍ਰਿਕਟ ਮੇਰੇ ਦੁਆਰਾ ਖੇਡੀ ਜਾ ਚੁੱਕੀ ਹੈ। ਠੀਕ ਹੈ ਜੀ, ਵੀ ਆਪਾਂ ਜ਼ੋਰ ਪਾਤਾ ਕ੍ਰਿਕਟ ਖੇਡਣ ਦੇ, ਕ੍ਰਿਕਟ ਖੇਡੀ ਜਾ ਚੁੱਕੀ ਹੈ। ਇਸ ਕਰਕੇ ਇਹੀ ਇਹਨਾਂ ਦੇ ਵਿੱਚ ਫਰਕ ਆ। ਤੇ ਇਹ ਸੀ ਸਾਰਾ ਹੈਜ਼ ਬੀਨ, ਹੈਵ ਬੀਨ ਤੇ ਹੈਡ ਬੀਨ ਵਾਲਾ ਟੌਪਿਕ। ਇਹਦੇ 'ਚ ਅੱਜ ਤੋਂ ਬਾਅਦ ਕਦੇ ਨਹੀਂ ਉਲਝਣਾ, ਬੜਾ ਹੀ ਸਿੰਪਲ ਆ। ਜੇ ਅਸੀਂ ਇਹਨੂੰ ਚੰਗੀ ਤਰ੍ਹਾਂ ਨੋਟ ਕਰਕੇ ਸਮਝ ਲਿਆ, ਪੁਆਇੰਟਸ ਬਣਾ ਲਏ ਵੀ ਹਾਂ ਆਹ ਫੰਡਾ ਗਾ, ਤਾਂ ਕਦੇ ਨਹੀਂ ਉਲਝਾਂਗੇ। ਜੇ ਮਨ 'ਚ ਹੋਰ ਕੋਈ ਵੀ ਸਵਾਲ, ਡਾਊਟ ਜਾਂ ਕਨਫਿਊਜ਼ਨ ਆ ਤਾਂ ਉਹ ਵੀ ਕੌਮੈਂਟ ਕਰਕੇ ਦੱਸੋ, ਆਪਾਂ ਉਹਦਾ ਵੀ ਹੱਲ ਕਰ ਦਾਂਗੇ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।